हाँ जी, ਅੱਜ है 4 ਮਾਰਚ 2022। ਸੋ ਅੱਜ ਦੇ ਖਬਰਾਂ ਦਾ ਸਭ ਤੋਂ ਨਵੀਨ ਮਸਲਾ ਜੋ ਉੱਪਰ ਕੇ ਸਾਡੇ ਸਾਹਮਣੇ ਆਇਆ ਉਹ ਹੈ ਕਲੀਅਤਮ ਤਿਉਹਾਰ। ਜਿਹੜਾ ਇਹ ਤਿਉਹਾਰ ਹੈ, ਇਹ ਤਿਉਹਾਰ ਕੇਰਲ ਦੇ ਵਿੱਚ ਮਨਾਇਆ ਜਾਂਦਾ ਹੈ। ਦੇਖੋ, ਰਸਮੀ ਤੌਰ ਤੇ ਸਾਰੇ ਹੀ ਸੱਭਿਆਚਾਰ ਨਾਲ ਰਿਲੇਟਡ ਜਿਹੜੇ ਤਿਉਹਾਰ ਹੈ ਉਹ ਮਨਾਏ ਜਾਂਦੇ ਆ ਆਪਦੇ ਰਾਜਾਂ ਦੇ ਵਿੱਚ। ਸੋ ਇਹ ਕੇਰਲ ਦਾ ਜਿਹੜਾ ਤਿਉਹਾਰ ਹੈ ਇਹ ਕਨੂਰ ਦੇ ਵਿੱਚ ਮਨਾਇਆ ਜਾਂਦਾ ਹੈ। ਕਲਿਆਤਮਕ ਉਤਸਵ ਵਿੱਚ ਪੇਸ਼ ਕੀਤਾ ਗਿਆ ਇਹ ਰਸਮੀ ਤਿਉਹਾਰ ਰਜਨੀ ਕਾਂਡ ਕਨਨ ਥਿਆਮ ਹੈ। ਹੁਣ ਇਹ ਜਿਹੜਾ ਤਿਉਹਾਰ ਹੈ ਇਹ ਇੱਕ ਜਿਹੜਾ ਕੋਡੀਏਟੂ ਨਾਲ ਸ਼ੁਰੂ ਹੁੰਦਾ ਹੈ, ਜੋ ਕਿ ਇਹ ਇੱਕ ਮੰਦਿਰ ਹੈ। ਕੋਡੀਏਟੂ ਹੈ ਜਿਹੜਾ ਇਹ ਹੈ ਇੱਕ ਮੰਦਿਰ। ਸੋ ਇਸ ਦੇ ਨਾਲ ਸ਼ੁਰੂ ਹੁੰਦਾ ਜੋ ਕਿ ਆਮ ਤੌਰ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਥਿਆਮ ਇੱਕ ਤਰ੍ਹਾਂ ਨਾਲ ਨਾਚ ਹੈ, ਇੱਕ ਤਰ੍ਹਾਂ ਦਾ ਨਾਚ ਹੈ ਜੋ ਕਾਲੀ ਮਾਤਾ ਹੈ ਉਸਦੀ ਪੂਜਾ ਆਰਾਧਨਾ ਦੇ ਵਿੱਚ ਮਨਾਇਆ ਜਾਂਦਾ ਹੈ। ਇਹ ਇੱਕ ਰਸਮੀ ਤਿਉਹਾਰ ਹੈ ਜਿਹੜਾ ਕਿ ਬੜਾ ਸ਼ਾਨਦਾਰ ਹੁੰਦਾ ਹੈ, ਰਸਮੀ ਢੰਗ ਦੇ ਨਾਲ ਮਨਾਇਆ ਜਾਂਦਾ ਹੈ। ਥਿਆਮ ਦੇ ਨਾਚ ਆ ਜਿਹੜੇ ਉਸਦੇ ਵਿੱਚ ਮਤਲਬ ਇੱਕ ਤਰ੍ਹਾਂ ਨਾਲ ਥਿਆਮ ਹੁੰਦਾ ਹੈ ਕਿਸੇ ਵਸਤੂ ਨਾਲ ਰਿਲੇਟਡ। ਜਦੋਂ ਕੋਈ ਨਾਚ ਨੱਚਿਆ ਜਾਂਦਾ ਹੈ ਤਾਂ ਇਸ ਨਾਚ ਦੇ ਵਿੱਚ ਕੀ ਹੁੰਦਾ ਹੈ, ਨਾਚ ਹੁੰਦਾ ਹੈ, ਮਾਈਮ ਹੁੰਦੀ ਹੈ, ਸੰਗੀਤ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤੇ ਪ੍ਰਾਚੀਨ ਜਿਹੜੀ ਕਬੀਲੀ ਸਾਡੀ ਸਭਿਅਤਾ ਹੈ ਉਸਦੇ ਮੂਲ ਤੱਤਾਂ ਨੂੰ ਵੀ ਸਥਾਪਿਤ ਕੀਤਾ ਜਾਂਦਾ, ਜੋ ਰਸਮ ਰਿਵਾਜ ਜੋ ਚਲੇ ਆ ਰਹੇ ਹੈ ਪੂਜਾ ਆਰਾਧਨਾ ਦੇ ਲਈ, ਜਿਹੜੀ ਮਾਤਾ ਨੂੰ ਪਤਿਆਉਣ ਦੇ ਲਈ ਇਹ ਜਿਹੜਾ ਨਾਚ ਹੈ ਉਹ ਨੱਚਿਆ ਜਾਂਦਾ ਹੈ। ਇਸ ਦੇ ਵਿੱਚ ਨਾਇਕਾਂ ਦੀ ਪੂਜਾ ਹੁੰਦੀ ਹੈ, ਪੂਰਜਵਦਾਂ ਦੀ ਜਿਹੜੀ ਪੂਜਾ ਹੈਗੀ ਉਹਨਾਂ ਦੀ ਆਤਮਾ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਖੁਸ਼ ਰੱਖਣ ਦੇ ਲਈ, ਪਤਿਆਉਣ ਦੇ ਲਈ। ਪਹਿਲਾਂ ਸਮਾਜਿਕ ਪੌੜੀ ਦੇ ਉੱਪਰਲੇ ਕਿਨਾਰਿਆਂ ਤੇ ਰਹਿਣ ਵਾਲੇ ਮੰਦਿਰ ਦੇ ਪੁਜਾਰੀਆਂ ਨੂੰ ਵੀ ਇਸ ਤਿਉਹਾਰ ਨੂੰ ਆਪਣੇ ਜਨਮਜਾਤ ਅਧਿਕਾਰ ਵਜੋਂ ਸੰਭਾਲਣ ਦਾ ਜਿਹੜਾ ਸੁਭਾਗ ਉਹ ਪ੍ਰਾਪਤ ਹੋਇਆ ਸੀਗਾ। ਮਨੁੱਖ ਹੈ ਜਿਹੜਾ ਪਰਮਾਤਮਾ ਦਾ ਰੂਪ ਧਾਰਨ ਕਰ ਲੈਂਦਾ ਤੇ ਇਸ ਨੂੰ ਖੁਸ਼ ਕਰਨ ਦੇ ਲਈ ਹਰੇਕ ਜੋ ਹਸਤੀ ਹੈ ਆਪਦੇ ਧਰਮ ਨਾਲ ਰਿਲੇਟਡ ਹੈ, ਆਪਦੇ ਧਰਮ ਨੂੰ ਖੁਸ਼ ਕਰਨ ਦੇ ਲਈ, ਸਮਾਜ ਦੀ ਖੁਸ਼ਹਾਲੀ ਦੇ ਲਈ, ਦੇਵਤੇ ਸਮਾਜ ਨੂੰ ਖੁਸ਼ ਕਰਨ ਦੇ ਲਈ, ਉਹਨਾਂ ਦੀ ਸ਼ਾਂਤੀ ਦੇ ਲਈ, ਸ਼ਾਂਤੀ ਆਰਾਧਨਾ ਦੇ ਲਈ ਕੀ ਕਰਦੀ ਹੈ, ਥਿਆਮ ਦੀ ਇੱਕ ਨਾਚ ਦੀ ਜਿਹੜੀ ਪੇਸ਼ਕਾਰੀ ਹੈ ਉਹ ਕਰਦੀ ਹੈ। ਤੇ ਇਸ ਦੇ ਪਿੱਛੇ ਉਹਨਾਂ ਦਾ ਇੱਕ ਰਸਮੀ ਵਿਸ਼ਵਾਸ ਹੈ ਜਿਹੜਾ ਹੋਇਆ ਮੰਨਿਆ ਜਾਂਦਾ ਹੈ, ਭਾਵ ਕਿ ਅਗਰ ਉਹ ਇਸ ਨੂੰ ਕਰਨਗੇ ਤਾਂ ਦੇਵੀ ਦੇਵਤਿਆਂ ਜਿਹੜੇ ਉਹ ਖੁਸ਼ ਹੋ ਜਾਣਗੇ ਤੇ ਉਹਨਾਂ ਦੀ ਮਨੋਕਾਮਨਾ ਜਿਹੜੀ ਉਹ ਪੂਰੀ ਹੋ ਜਾਏਗੀ। ਸੋ ਇਸ ਪੱਖ ਨਾਲ ਰਿਲੇਟਡ ਜਿਹੜਾ ਇਸ ਪੱਖ ਨਾਲ ਸੰਬੰਧਿਤ ਜਿਹੜਾ ਇਹ ਨਾਚ ਹੈ ਉਹ ਨੱਚਿਆ ਜਾਂਦਾ ਹੈ। ਕਲੀਤਮ ਜਾਂ ਤਿਉਹਾਰ ਹੁਣ ਸਾਰੇ ਸਥਾਨਕ ਲੋਕਾਂ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤਾ ਜਾਂਦਾ ਹੈਗਾ। ਥਿਆਮ ਤਿਉਹਾਰਾਂ ਦੌਰਾਨ ਕਈ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਵੀ ਸਾਡੇ ਹਿੱਸੇ ਆਉਂਦੇ ਆ। ਬਹੁਤ ਸਾਰੀ ਭੀੜ, ਹਾਥੀ ਜਿਹੜਾ ਸ਼ੋਰ ਹੈ ਜਾਂ ਜੁਲੂਸ ਹੈ ਉਹ ਵੀ ਕੱਢਿਆ ਜਾਂਦਾ ਹੈ। ਸੰਗੀਤ ਮੰਦਿਰ ਦੇ ਜਸ਼ਨਾਂ ਵਿੱਚ ਇੱਕ ਮਹੱਤਵਪੂਰਨ ਹਿੱਸਾ ਜਿਹੜਾ ਇਹ ਪਾਉਂਦਾ ਹੈ। ਸੰਗੀਤ ਦੇ ਨਾਲ ਜਿਹੜੀਆਂ ਇਹ ਸਾਰੀਆਂ ਰਸਮਾਂ ਇੱਕ ਧੁਨ ਦੇ ਨਾਲ, ਜਦੋਂ ਅਸੀਂ ਕੋਈ ਵੀ ਦੇਵੀ ਦੇਵਤਿਆਂ ਦੀ ਆਰਾਧਨਾ ਪੂਜਾ ਕਰਦੇ ਤਾਂ ਇੱਕ ਸੰਗੀਤ, ਇੱਕ ਲਹਿ ਹੈ ਜਿਹੜੀ ਉਹ ਪਿੱਛੇ ਹੁੰਦੀ ਹੈ ਸਾਡੇ। ਸੋ ਆਵਾਜ਼ ਦਾ ਜੋ ਸਾਰੇ ਸਾਜੋ ਸਮਾਨ ਹੈ ਉਸ ਨਾਲ ਰਿਲੇਟਡ ਹੁੰਦਾ ਹੈ, ਉਸ ਨਾਲ ਸੰਬੰਧਿਤ ਹੁੰਦਾ ਹੈ, ਜਿਨ੍ਹਾਂ ਵਿੱਚੋਂ ਬਹੁਤੇ ਕੀ ਹੈ ਕਿ ਕਾਫੀ ਆਵਾਜ਼ ਉਠਾਉਣ ਦਾ ਪ੍ਰਬੰਧ ਹੈ ਜਿਹੜਾ ਉਹ ਕਰਦੇ ਆ। ਸੱਭਿਆਚਾਰਕ ਪ੍ਰੋਗਰਾਮ ਜਿਨ੍ਹਾਂ ਵਿੱਚ ਕਲਾਸੀਕਲ ਸੰਗੀਤ ਅਤੇ ਨਾਚ ਪੇਸ਼ਕਾਰੀਆਂ ਵੀ ਸ਼ਾਮਿਲ ਹੁੰਦੀਆਂ ਉਹ ਵੀ ਇਸ ਦੇ ਵਿੱਚ ਅੰਕਿਤ ਰਹਿੰਦਾ ਹੈ। ਸੋ ਇਹ ਜਸ਼ਨ ਹੈ ਜਿਹੜੇ ਜਸ਼ਨ ਹੈ ਉਹ ਸਾਰੀ ਰਾਤ ਚੱਲਦੇ ਰਹਿੰਦੇ ਹੈ। ਅੱਗੇ ਹੈਗਾ ਜਿਹੜਾ ਆਪਣਾ ਦੂਜਾ ਮਸਲਾ ਹੈ, ਮੁੱਦਾ ਹੈ, ਉਹ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਹੈ ਕਿ ਸਵਿਤਰੀ ਬਾਈ ਫੁਲੇ ਜੀ ਕੌਣ ਸੀਗੇ, ਇਹਨਾਂ ਦੀ ਕੀ ਸ਼ਮੂਲੀਅਤ ਹੈ ਜਿਹੜੀ ਉਹ ਰਹੀ ਹੈ। ਹੁਣ ਮਰਾਠਾ ਯੋਧਾ ਰਾਜਾ ਸ਼ਿਵਾਜੀ ਅਤੇ ਉਹਨਾਂ ਦੀ ਵਿਵਾਦਪੂਰਨ ਟਿੱਪਣੀ ਲਈ ਆਲੋਚਨਾ ਤੋਂ ਬਾਅਦ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਸੱਤਾਧਾਰੀ ਕਾਂਗਰਸ, ਸੱਤਾਧਾਰੀ ਕੀ ਹੁੰਦੀ ਹੈ, ਜਦੋਂ ਸੱਤਾ ਦੇ ਵਿੱਚ ਆ ਜਾਂਦੀ ਹੈ, ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ, ਕਿ ਉਹਨਾਂ ਨੇ 19ਵੀਂ ਸਦੀ ਦੇ ਸਮਾਜ ਸੁਧਾਰਾਂ, ਕਿਹੜੇ ਸਮਾਜ ਸੁਧਾਰ ਹੋਏ ਆ ਸਾਡੇ ਕੋਲ, ਸਵਿਤਰੀ ਬਾਈ ਹੋਈ ਹੈ, ਜੋਤੀ ਰਾਓ ਫੂਲੇ ਜੀ ਹੋਏ ਹੈ। ਇਹਨਾਂ ਦਾ ਛੋਟੀ ਉਮਰ ਦੇ ਵਿੱਚ ਵਿਆਹ ਕਰਨ ਦੇ ਨਾਲ ਕਥਿਤ ਤੌਰ ਤੇ ਮਜ਼ਾਕ ਉਡਾਉਣ ਦੀ ਨਿੰਦਾ ਜਿਹੜੀ ਉਹ ਕੀਤੀ ਸੀ। ਇਸੇ ਵਿਚਾਰ ਵਟਾਂਦਰੇ ਦੇ ਅਧੀਨ ਨਾ ਜਿਹੜੇ ਉਹਨਾਂ ਨੇ ਸਮਾਜਿਕ ਕੁਰੀਤੀਆਂ ਸੀਗੀਆਂ ਉਹਨਾਂ ਦੇ ਵਿਰੁੱਧ ਕੀ ਆਵਾਜ਼ ਉਠਾਈ ਹੈ, ਜਦ ਕਿ ਔਰਤ ਦੀ ਜਿਹੜੀ ਸਥਿਤੀ, ਔਰਤ ਦਾ ਪੱਧਰ ਹੈ ਉਸਨੂੰ ਕਿਸ ਤਰ੍ਹਾਂ ਜਿਹੜਾ ਉੱਪਰ ਚੁੱਕਿਆ ਸੀਗਾ। ਸੋ ਆਓ ਅਸੀਂ ਜਾਣਦੇ ਹਾਂ ਕੁਝ ਗੱਲਾਂ ਸਵਿਤਰੀ ਬਾਈ ਫੁਲੇ ਜੀ ਬਾਰੇ।
ਜਿਹੜਾ ਉਹਨਾਂ ਦਾ ਸਮਾਂ ਰਿਹਾ ਉਹ ਹੈ 3 ਫਰਵਰੀ 1831 ਤੋਂ ਲੈ ਕੇ 10 ਮਾਰਚ ਜਿਹੜੀ ਹੈ 1897 ਤੱਕ। ਮਹਾਰਾਸ਼ਟਰ ਦੇ ਇੱਕ ਸਮਾਜ ਸੁਧਾਰਕ ਸੁਰੱਖਿਆ ਹੋਏ ਆ, ਇਹ ਕਵੀ ਸ਼ਾਸਤਰੀ ਹੋਏ ਆ, ਸਿੱਖਿਆ ਸੁਧਾਰਕ ਹੋਏ ਆ, ਇਹ ਕਵੀ ਸੀਗੇ। ਹੁਣ ਇੱਥੇ ਕੀ ਹੈ ਕਿ ਇਹਨਾਂ ਦੇ ਪਤੀ, ਆਪਣੇ ਪਤੀ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਉਸਨੇ ਔਰਤਾਂ ਦੇ ਜਿਹੜੇ ਅਧਿਕਾਰ ਸੀਗੇ, ਜੋ ਹਿਊਮਨ ਰਾਈਟਸ ਸੀਗੇ ਔਰਤਾਂ ਨੂੰ ਮਿਲੇ ਹੋਏ, ਇਹਨਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀਗੀ। ਹੁਣ ਚਾਹੇ ਉਹ ਐਜੂਕੇਸ਼ਨ ਦੇ ਪੱਖੋਂ ਹੋਣ, ਚਾਹੇ ਉਹ ਸਮਾਜਿਕ ਧਰਮ ਦੇ ਪੱਖੋਂ ਹੋਣ, ਚਾਹੇ ਉਹ ਜੈਂਡਰ ਦੇ ਪੱਖੋਂ ਹੋਣ, ਜੋ ਵੀ ਵਿਤਕਰਿਆਂ ਦੇ ਨਾਲ ਉਸ ਸਮੇਂ ਜੋ ਸਾਨੂੰ ਸਮਾਜਿਕ ਜੋ ਪ੍ਰਸਥਿਤੀ, ਸਮਾਜਿਕ ਵਿਚਾਰਧਾਰਾ ਸਾਨੂੰ ਮਿਲੀ ਸੀਗੀ, ਜਾਂ ਅਸੀਂ ਉਹਨਾਂ ਦੀ ਸਿੱਖਿਆ ਬਾਰੇ ਪੜ੍ਹਦੇ ਹਾਂ ਤਾਂ ਉਸ ਦੇ ਬਾਰੇ ਚਾਨਣ ਹੈ ਜਿਹੜੀ ਮਤਲਬ ਇਹ ਰਾਈਟਰ ਹੈ ਜਿਹੜੇ ਇਹ ਪਾਉਂਦੇ ਆ। ਸਾਵਿਤਰੀ ਬਾਈ ਜੀ ਨੇ ਜਾਤ ਤੇ ਜੈਂਡਰ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ ਉਹਨਾਂ ਲੋਕਾਂ ਦੇ ਵਿਤਕਰੇ ਤੇ ਅਣਉਚਿਤ ਵਿਵਹਾਰ ਨੂੰ ਖਤਮ ਕਰਨ ਦੇ ਲਈ ਵਧੇਰੇ ਕੰਮ ਕੀਤਾ ਤੇ ਸਮਾਜ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹ ਬਹੁਤ ਹੋਈ। ਉਸ ਨੂੰ ਮਹਾਰਾਸ਼ਟਰ ਵਿੱਚ ਸਮਾਜ ਸੁਧਾਰ ਅੰਦੋਲਨ ਦੀ ਵੀ ਇੱਕ ਮਹੱਤਵਪੂਰਨ ਸ਼ਖਸੀਅਤ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ। ਇੱਕ ਪਰਉਪਕਾਰੀ, ਇੱਕ ਸਿੱਖਿਆ ਸ਼ਾਸਤਰੀ ਸਾਵਿਤਰੀ ਬਾਈ ਸੀਗੀ, ਜਿਹੜੇ ਇਹ ਇੱਕ ਪ੍ਰਸਿੱਧ ਮਰਾਠੀ ਲੇਖਕ ਹੈ ਜਿਹੜੇ ਉਹ ਹੋਏ। ਸੋ ਇਹਨਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਅੰਦੋਲਨਾਂ ਦੇ ਵਿੱਚ ਨਾਲ ਲੱਗ ਕੇ ਜਿਹੜੀਆਂ ਔਰਤ ਦੇ ਪ੍ਰਤੀ, ਔਰਤ ਦੀ ਸਥਿਤੀ ਦੇ ਪ੍ਰਤੀ ਵਧੇਰੇ ਜਿਹੜੀ ਆਵਾਜ਼ ਉਠਾਈ। ਅਗਲਾ ਸਾਡੇ ਕੋਲ ਜੋ ਮੁੱਦਾ ਉੱਭਰ ਕੇ ਸਾਹਮਣੇ ਆਇਆ ਉਹ ਹੈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਭਾਵ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਜੋ ਮਿਲੇ ਹੋਏ ਹੈ, ਇਹਨਾਂ ਦੇ ਪਿੱਛੇ ਇੱਕ ਕਮਿਸ਼ਨ ਕੰਮ ਕਰਦਾ ਜੋ ਸਾਨੂੰ ਕੀ ਸੇਧ ਦਿੰਦਾ ਹੈ। ਦੇਖੋ, ਕਨਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ, ਪ੍ਰਸਤਾਵਨਾ ਦੇ ਵਿੱਚ ਅਨੁਛੇਦ ਅੰਕਿਤ ਹੈ। ਅਨੁਛੇਦਾਂ ਦੇ ਤਹਿਤ ਸਾਨੂੰ ਬਹੁਤ ਸਾਰੇ ਅਧਿਕਾਰ ਹੈ ਜਿਹੜੇ ਉਹ ਪ੍ਰਾਪਤ ਹੋਏ ਹੈ। ਸੁਤੰਤਰਤਾ ਦਾ ਅਧਿਕਾਰ ਹੈ, ਸਮਾਨਤਾ ਦਾ ਅਧਿਕਾਰ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ, ਹਰੇਕ ਤਰ੍ਹਾਂ ਦੇ ਰਾਜਨੀਤਿਕ ਅਧਿਕਾਰ ਸਾਨੂੰ ਪ੍ਰਾਪਤ ਹੋਇਆ, ਸੱਭਿਆਚਾਰਕ ਸਿੱਖਿਆ ਦਾ ਜਿਹੜਾ ਅਧਿਕਾਰ ਹੈ ਸਾਨੂੰ ਪ੍ਰਾਪਤ ਹੋਇਆ। ਸੋ ਮੁੱਦਾ ਇਹ ਹੈ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀਰਵਾਰ ਨੂੰ ਦਿੱਲੀ ਸਰਕਾਰ ਅਤੇ ਦਿੱਲੀ ਵਿਕਾਸ ਅਥਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਸ਼ਹਿਰ ਦੇ ਜਲ ਸਰੋਤਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਉਹਨਾਂ ਨੂੰ ਦਿੱਤੀ ਜਾਵੇ। ਮਨੁੱਖੀ ਅਧਿਕਾਰ ਕਮਿਸ਼ਨ ਕੀ ਹੈ ਕਿ ਭਾਰਤ ਦਾ ਰਾਸ਼ਟਰੀ ਮਨੁੱਖੀ ਅਧਿਕਾਰ ਜਿਹੜਾ ਕਮਿਸ਼ਨ ਹੈ ਉਹ ਹੋਂਦ ਚ ਆਇਆ ਸੀਗਾ। ਉਹਨਾਂ ਨੇ ਇੱਕ ਵਿਧਾਨਕ ਜਿਹੜੀ ਹੈ ਜਨਤਕ ਸੰਸਥਾ ਇਹ ਜਿਹੜੀ ਇਹ ਕਾਇਮ ਹੋਈ 28 ਸਤੰਬਰ 1993 ਦੇ ਸਨ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਆਰਡੀਨੈਂਸ ਦੇ ਤਹਿਤ 12 ਅਕਤੂਬਰ 1983 ਨੂੰ ਇੱਕ ਸੰਵਿਧਾਨਕ ਜਨਤਕ ਸੰਸਥਾ ਜਿਹੜੀ ਉਹ ਗਠਿਤ ਹੋਈ ਸੀਗੀ। ਇਸ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਐਕਟ ਦੁਆਰਾ ਇੱਕ ਵਿਧਾਨਿਕ ਆਧਾਰ ਜਿਹੜਾ ਦਿੱਤਾ ਗਿਆ ਸੀਗਾ। ਹੁਣ ਇਹਦੇ ਲਈ ਕੀ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਤੇ ਉਹਨਾਂ ਦੇ ਪ੍ਰੋਤਸਾਹਨ ਦੇ ਲਈ ਜ਼ਿੰਮੇਵਾਰ ਹੈ, ਜਿਸ ਨੂੰ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ। ਇਸ ਦੇ ਵਿੱਚ ਸੰਵਿਧਾਨ ਦੁਆਰਾ ਗਰੰਟੀਸ਼ੁਦਾ ਜਾਂ ਅੰਤਰਰਾਸ਼ਟਰੀ ਇਕਰਾਰਨਾਮਿਆਂ ਦੇ ਵਿੱਚ ਸ਼ਾਮਲ ਅਤੇ ਭਾਰਤ ਵਿੱਚ ਅਦਾਲਤਾਂ ਦੁਆਰਾ ਲਾਗੂ ਕੀਤੇ ਗਏ ਵਿਅਕਤੀਆਂ ਦੇ ਜੀਵਨ ਹੋ ਗਿਆ, ਆਜ਼ਾਦੀ ਹੋ ਗਿਆ, ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੈ ਉਹਨਾਂ ਵਜੋਂ ਜਿਹੜਾ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਾ ਸਕਦਾ ਹੈ। ਮਨੁੱਖੀ ਅਧਿਕਾਰ ਦੀ ਸੁਰੱਖਿਆ ਕਾਨੂੰਨ, ਹੁਣ ਦੇਖੋ ਉਹ ਅਧਿਕਾਰ ਸਾਨੂੰ ਮਿਲੇ ਹੋਏ ਆ, ਉਹਨਾਂ ਦੇ ਪਿੱਛੇ ਇੱਕ ਕਾਨੂੰਨੀ ਸ਼ਕਤੀ ਜਿਹੜੀ ਕੰਮ ਕਰ ਰਹੀ ਹੁੰਦੀ ਹੈ। ਜੇਕਰ ਕੋਈ ਸਾਡੇ ਅਧਿਕਾਰਾਂ ਦੀ ਉਲੰਘਣਾ ਕਰਦਾ ਤਾਂ ਅਸੀਂ ਅਦਾਲਤ ਦੀ ਸ਼ਰਨ ਹੈ ਜਿਹੜੀ ਲੈ ਸਕਦੇ ਆ। ਹਰ ਮਨੁੱਖ ਆਪਣੇ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਅਦਾਲਤ ਦੀ ਜਿਹੜੀ ਸ਼ਰਨ ਹੈ ਉਹ ਲੈ ਸਕਦਾ ਹੈ। ਸੋ ਮਨੁੱਖੀ ਅਧਿਕਾਰ ਦੇ ਜਿਹੜੇ ਸੁਰੱਖਿਆ ਕਾਨੂੰਨ ਹੈ ਉਹ ਜਿਹੜੇ ਕੀ ਕੰਮ ਕਰਨ ਦੇ ਸਾਨੂੰ ਉਦੇਸ਼ ਦਿੰਦੇ ਆ। ਪਹਿਲਾ ਤਾਂ ਹੈ ਕਿ ਭਾਰਤ ਸਰਕਾਰ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਕਿਸੇ ਲੋਕ ਸੇਵਕ ਦੁਆਰਾ ਅਜਿਹੀ ਉਲੰਘਣਾ ਦੀ ਅਣਗਹਿਲੀ ਬਾਰੇ ਕਿਰਿਆਸ਼ੀਲ ਰੂਪ ਦੇ ਵਿੱਚ ਜਾਂ ਮੁੜ ਸਰਗਰਮੀ ਨਾਲ ਉਸਦੀ ਜਾਂਚ ਕਰਨਾ। ਕੋਈ ਵਿਸ਼ਾ, ਕੋਈ ਮੁੱਦਾ ਅਜਿਹਾ ਹੈਗਾ ਜਿਸ ਦੇ ਵਿੱਚ ਕਿਸੇ ਲੋਕ ਸੇਵਾ ਦੁਆਰਾ ਕੋਈ ਉਲੰਘਣਾ ਹੋਈ ਹੈਗੀ ਹੈ ਤਾਂ ਉਸਦੀ ਮੁੜ ਤੋਂ ਜਾਂਚ ਪੜਤਾਲ ਕਰਨਾ, ਜਾਂ ਫਿਰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਅਸਰਦਾਰ ਤਰੀਕੇ ਦੇ ਨਾਲ ਲਾਗੂ ਕਰਨਾ, ਉਪਾਅ ਦੇ ਲਈ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ, ਪ੍ਰੈਕਟੀਕਲ ਲਾਗੂ ਕਰਵਾਉਣ ਦੇ ਲਈ ਉਹਨਾਂ ਦੀ ਸਿਫਾਰਿਸ਼ ਕਰਨਾ। ਕਾਰਕਾਂ ਦੀ ਸਮੀਖਿਆ ਹੈ ਜਿਹੜੀ
ਉਹ ਕਰਨਾ ਜਿਸ ਵਿੱਚ ਅੱਤਵਾਦ ਦੀਆਂ ਕਾਰਵਾਈਆਂ ਸ਼ਾਮਿਲ ਹਨ ਜੋ ਮਨੁੱਖੀ ਅਧਿਕਾਰਾਂ ਦੇ ਆਨੰਦ ਨੂੰ ਰੋਕਦੀਆਂ। ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਹੈ ਜਿਹੜੀ ਉਸ ਤੇ ਹਾਵੀ ਹੁੰਦੀਆਂ, ਉਹਨਾਂ ਦਾ ਅਤੇ ਉਪਚਾਰਕ ਜਿਹੜੀਆਂ ਉਚਿਤ ਉਪਚਾਰਕ ਉਪਾਵਾਂ ਦੀ ਸਿਫਾਰਸ਼ਾਂ ਕਰਨਾ, ਮਨੁੱਖੀ ਅਧਿਕਾਰਾਂ ਸੰਬੰਧੀ ਸੰਧੀਆਂ ਜਿੰਨੀਆਂ ਵੀ ਸੰਧੀਆਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਹੁੰਦੀਆਂ ਹੈ ਜਾਂ ਹੋਰ ਅੰਤਰਰਾਸ਼ਟਰੀ ਸਾਧਨਾਂ ਦਾ ਅਧਿਐਨ ਕਰਨਾ ਅਤੇ ਇਹਨਾਂ ਨੂੰ ਅਸਰਦਾਰ ਤਰੀਕੇ ਦੇ ਨਾਲ ਲਾਗੂ ਕਰਨਾ ਜਾਂ ਸਿਫਾਰਿਸ਼ ਕਰਵਾਉਣਾ। ਮਨੁੱਖੀ ਅਧਿਕਾਰਾਂ ਦੇ ਖੇਤਰਾਂ ਦੇ ਵਿੱਚ ਖੋਜ ਨੂੰ ਸ਼ੁਰੂ ਕਰਨਾ ਤੇ ਉਸ ਨੂੰ ਉਤਸ਼ਾਹਿਤ ਕਰਨਾ, ਜੇਲ੍ਹਾਂ ਦਾ ਦੌਰਾ ਕਰਨਾ ਤੇ ਕੈਦੀਆਂ ਦੀ ਸਥਿਤੀ ਦਾ ਜਾਇਜ਼ਾ ਲੈਣਾ। ਸਮਾਜ ਦੇ ਵਿਭਿੰਨ ਵਰਗਾਂ ਦੇ ਵਿੱਚ ਇਹਨਾਂ ਦਾ ਕੰਮ ਕੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਸਿੱਖਿਆ ਦੇ ਵਿੱਚ ਸ਼ਾਮਿਲ ਹੋਣਾ, ਮੀਡੀਆ ਹੋ ਗਿਆ, ਸੈਮੀਨਾਰ ਹੋ ਗਿਆ, ਹੋਰ ਉਪਲਬਧ ਸਾਧਨਾਂ ਦੁਆਰਾ ਇਹਨਾਂ ਅਧਿਕਾਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਤਾਂ ਕਰਕੇ ਕਿ ਇਹਨਾਂ ਦੇ ਵਿੱਚ ਜਾਗਰੂਕਤੀ ਹੈ ਜਿਹੜੀ ਉਹ ਆਈ ਜਾਵੇ। ਗੈਰ ਸੰਸਾਰੀ ਸੰਗਠਨਾਂ ਜਾਂ ਸੰਸਥਾਵਾਂ ਦੇ ਯਤਨਾਂ ਨੂੰ ਉਤਸ਼ਾਹਿਤ ਕਰਕੇ ਮਨੁੱਖ ਅਧਿਕਾਰਾਂ ਨੂੰ ਜਾਂ ਲੋਕਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਤਾਂ ਕਿ ਉਹ ਸਵੈ ਇੱਛਾ ਦੇ ਨਾਲ ਕੰਮ ਕਰ ਸਕਣ ਜਾਂ ਕੰਮ ਕਰਦੇ ਹਨ। ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਲੋੜ ਨੂੰ ਧਿਆਨ ਦੇ ਵਿੱਚ ਲਿਆਉਣਾ, ਸਰਕਾਰ ਦੇ ਵੀ ਤੇ ਮਨੁੱਖਾਂ ਨੂੰ ਵੀ ਇਸ ਸੰਬੰਧੀ ਜਾਗਰੂਕ ਕਰਨਾ ਤੇ ਇਨਫੋਰਮੇਸ਼ਨ ਦੇਣੀ, ਜਾਣਕਾਰੀ ਦੇਣੀ। ਕਿਸੇ ਵੀ ਅਦਾਲਤ ਜਾਂ ਦਫ਼ਤਰ ਤੋਂ ਕਿਸੇ ਵੀ ਜਨਤਕ ਰਿਕਾਰਡ ਤੇ ਨਕਲ ਦੀ ਮੰਗ ਕਰਨਾ, ਕੀ ਹੋ ਰਿਹਾ ਹੈ, ਕੀ ਗੱਲਾਂ ਜਿਹੜੀਆਂ ਕੀ ਪੱਖ ਹੈ ਜਿਹੜੇ ਉਹ ਉੱਭਰ ਰਹੇ ਹੈ ਉਹਨਾਂ ਬਾਰੇ ਜਿਹੜੀ ਚਰਚਾ ਕਰਨਾ। ਹੁਣ ਇਸ ਦੇ ਵਿੱਚ ਕੀ ਹੈ ਕਿ NHRC ਦੇ ਵਿੱਚ ਕਿਹੜੀਆਂ ਇਹ ਚੀਜ਼ਾਂ ਸ਼ਾਮਿਲ ਹੈ। ਚੇਅਰਪਰਸਨ ਅਤੇ 5 ਮੈਂਬਰ, ਇਹਦਾ ਮਤਲਬ ਹੈ ਵੀ ਅਹੁਦੇ ਤੋਂ ਬਾਹਰ ਦੇ ਮੈਂਬਰਾਂ ਨੂੰ ਛੱਡ ਕੇ ਇੱਕ ਚੇਅਰਪਰਸਨ ਜੋ ਭਾਰਤ ਦੇ ਸੁਪਰੀਮ ਕੋਰਟ ਦਾ ਜੱਜ ਰਿਹਾ ਹੈ। ਹੁਣ ਕਿਹੜੀਆਂ ਗੱਲਾਂ ਇਸ ਦੇ ਵਿੱਚ ਸ਼ਾਮਿਲ ਹੁੰਦੀਆਂ ਉਹਨਾਂ ਦਾ ਨਿਰੀਖਣ ਕਰਨਾ। ਇੱਕ ਮੈਂਬਰ ਜੋ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਹੈ ਜਾਂ ਰਿਹਾ ਹੈ, ਜਾਂ ਇੱਕ ਮੈਂਬਰ ਜੋ ਕਿਸੇ ਹਾਈ ਕੋਰਟ ਦਾ ਚੀਫ ਜਸਟਿਸ ਰਿਹਾ ਹੈ, ਠੀਕ ਹੈ, ਉਸ ਨੂੰ ਉਹਦੇ ਵਿੱਚ ਸ਼ਾਮਿਲ ਕਰਨਾ। 3 ਮੈਂਬਰ ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਔਰਤ ਹੋਵੇਗੀ ਜਿਸ ਨੂੰ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਮਾਮਲਿਆਂ ਦੀ ਜਾਣਕਾਰੀ ਜਾਂ ਵਿਵਹਾਰਿਕ ਅਨੁਭਵ ਵਾਲੇ ਵਿਅਕਤੀਆਂ ਵਿੱਚੋਂ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰੀ ਕਮਿਸ਼ਨਰਾਂ ਦੇ ਚੇਅਰਪਰਸਨ ਜਿਵੇਂ ਕਿ ਅਨੁਸੂਚਿਤ ਜਾਤੀਆਂ ਦੇ ਲਈ ਰਾਸ਼ਟਰੀ ਕਮਿਸ਼ਨ, ਅਨੁਸੂਚਿਤ ਜਨਜਾਤੀਆਂ ਦੇ ਲਈ ਰਾਸ਼ਟਰੀ ਕਮਿਸ਼ਨ, ਰਾਸ਼ਟਰੀ ਮਹਿਲਾ ਕਮਿਸ਼ਨ ਹੋ ਗਿਆ। ਇਸ ਤੋਂ ਇਲਾਵਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਤੇ ਪਛੜੀਆਂ ਜਾਤੀਆਂ ਦੇ ਲਈ ਰਾਸ਼ਟਰੀ ਕਮਿਸ਼ਨ। ਅਗਰ ਸਾਡੇ ਕੋਲ ਬਾਲ ਸੁਰੱਖਿਆ ਦੇ ਅਧਿਕਾਰ, ਹੁਣ ਦੇਖੋ ਸਰਕਾਰ ਨੇ ਨੀਤੀ ਲਾਗੂ ਕਰੀ ਸੀਗੀ ਕਿ ਸਿੱਖਿਆ ਪੱਧਰ ਤੇ ਜਿਹੜੀ ਫ੍ਰੀ ਦੀ ਮੁਫਤ ਦੀ ਐਜੂਕੇਸ਼ਨ ਹੈ ਉਹ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ। ਸੋ ਐਕਟ ਦੇ ਅਧੀਨ ਇਹ ਲਾਗੂ ਹੋਇਆ, ਪ੍ਰੈਕਟੀਕਲੀ ਲਾਗੂ ਹੋਇਆ। ਹੁਣ ਇਸ ਚੀਜ਼ ਦਾ ਵੀ ਜਿਹੜਾ ਡੇਟਾ ਹੈ ਉਹ ਸੁਰੱਖਿਆ ਕਮਿਸ਼ਨ ਹੈ ਜਦ ਮਰਜ਼ੀ ਮੰਗ ਸਕਦਾ ਹੈ। ਅਪਾਹਿਜ ਵਿਅਕਤੀਆਂ ਦੇ ਲਈ ਮੁੱਖ ਕਮਿਸ਼ਨਰ ਦੇ ਅਹੁਦੇ ਦੇ ਵਜੋਂ ਇਹ ਕੰਮ ਕਰ ਰਹੇ ਹੋਣ। ਜਿਵੇਂ ਹੁਣ ਕਿ ਸਾਨੂੰ ਇੱਕ ਰਾਸ਼ਟਰਪਤੀ ਬਣਨ ਦੇ ਲਈ ਉਹਦੇ ਵਿੱਚ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਕੀ ਯੋਗਤਾਵਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਸੋ ਇਸੇ ਚੀਜ਼ਾਂ ਨੂੰ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਸੁਪਰੀਮ ਕੋਰਟ ਦੇ ਮੌਜੂਦਾ ਜੱਜ ਜਾਂ ਕਿਸੇ ਵੀ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਤਲਬ ਉਹਦੇ ਨਾਲ ਅਗਰ ਕੋਈ ਫੈਸਲਾ ਲੈਣਾ ਤਾਂ ਉਹਨਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਜਿਹੜੀ ਇਹ ਨਿਯੁਕਤੀ ਹੈ ਜਾਂ ਉਸ ਦੇ ਵਿੱਚ ਫੇਰਬਦਲ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਅੱਗੇ ਹੈ ਆਪਣੇ ਕੋਲ ਜਿਹੜਾ ਚੌਥਾ ਮੁੱਦਾ, ਨਵੀਨ ਮਸਲਾ ਅੱਜ ਦੇ ਦਿਨ ਉੱਭਰ ਕੇ ਸਾਹਮਣੇ ਆਇਆ, ਉਹ ਹੈ ਏਸ਼ੀਅਨ ਇੰਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਹੁਣ ਇਸ ਦੇ ਵਿੱਚ ਕੀ ਹੈ ਕਿ ਬੀजिंग ਸਥਿਤ ਏਸ਼ੀਅਨ ਇੰਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਹ ਰੂਸ ਅਤੇ ਬੇਲਾਰੂਸ ਵਿੱਚ ਸਾਰੇ ਪ੍ਰੋਜੈਕਟਾਂ ਨੂੰ ਰੋਕ ਰਿਹਾ ਤੇ ਸਮੀਖਿਆ ਕਰ ਰਿਹਾ, ਉਸ ਦੀ ਪੜਚੋਲ ਕਰ ਰਿਹਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਏਸ਼ੀਅਨ ਇੰਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਹੈ ਇਹ ਇੱਕ ਸਰਵਪੱਖੀ ਵਿਕਾਸ ਬੈਂਕ ਹੈ ਜਿਸ ਦਾ ਉਦੇਸ਼ ਏਸ਼ੀਆ ਵਿੱਚ ਆਰਥਿਕ ਅਤੇ ਸਮਾਜਿਕ ਨਤੀਜਿਆਂ ਵਿੱਚ ਸੁਧਾਰ ਕਰਨਾ ਹੈ। ਬੈਂਕ ਦੇ ਇਸ ਸਮੇਂ ਜੇਕਰ ਮੌਜੂਦਾ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ 105 ਮੈਂਬਰ ਸ਼ਾਮਲ ਹੈ ਦੁਨੀਆ ਵਿੱਚ, ਜਿਨ੍ਹਾਂ ਵਿੱਚ ਦੁਨੀਆ ਭਰ ਦੇ 16 ਸੰਭਾਵਿਤ ਮੈਂਬਰ ਹੈ ਜਿਹੜੇ ਉਹਨਾਂ ਦੀ ਸ਼ਮੂਲੀਅਤ ਹੈ।
25 ਦਸੰਬਰ 2015 ਨੂੰ ਸਮਝੌਤਾ ਜਿਹੜਾ ਇਹ ਲਾਗੂ ਹੋਇਆ ਸੀਗਾ ਇਸ ਸੰਬੰਧੀ ਹੋਣ ਤੋਂ ਬਾਅਦ ਬੈਂਕ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਜਿਨ੍ਹਾਂ ਵਿੱਚੋਂ 10 ਮੈਂਬਰ ਦੇਸ਼ਾਂ ਤੋਂ ਇਸ ਦੀ ਪੁਸ਼ਟੀ ਹੋਈ ਤੇ ਉਸ ਤੋਂ ਬਾਅਦ ਅਧਿਕਾਰਤ ਪੂੰਜੀ ਸਟਾਕ ਦੀ ਸ਼ੁਰੂਆਤੀ ਜਿਹੜੀ ਸਬਸਕ੍ਰਿਪਸ਼ਨ ਸੀਗੀ ਉਸ ਦਾ ਕੁੱਲ ਅੱਧਾ ਹਿੱਸਾ ਰੱਖਦੇ ਹੋਏ ਜੋ ਇਸ ਦਾ ਵਿਸਥਾਰ ਹੋਇਆ। ਬੈਂਕ ਦੀ ਸ਼ੁਰੂਆਤ ਪੂੰਜੀ ਸੀਗੀ ਜਿਹੜੀ ਉਹ 100 ਬਿਲੀਅਨ ਡਾਲਰ ਅਮਰੀਕੀ ਡਾਲਰ ਦੇ ਨਾਲ ਹੋਈ, ਜੋ ਏਸ਼ੀਅਨ ਇਨਵੈਸਟਮੈਂਟ ਬੈਂਕ ਦੀ ਪੂੰਜੀ 2/3 ਅਤੇ ਵਿਸ਼ਵ ਬੈਂਕ ਦੀ ਲਗਭਗ ਅੱਧੀ ਪੂੰਜੀ ਦੇ ਬਰਾਬਰ ਸੀ। ਬੈਂਕ ਨੂੰ 2013 ਵਿੱਚ ਚੀਨ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀਗਾ ਤੇ ਇਸ ਪਹਿਲ ਨੂੰ ਅਕਤੂਬਰ 2015 ਵਿੱਚ ਬੀਜਿੰਗ ਦੇ ਇੱਕ ਸਮਾਰੋਹ ਦੇ ਤਹਿਤ ਜਾਂ ਸਮਾਰੋਹ ਦੇ ਸਮੇਂ ਲਾਂਚ ਕੀਤਾ ਗਿਆ ਸੀਗਾ। ਇਸ ਨੂੰ ਦੁਨੀਆ ਦੀਆਂ 3 ਸਭ ਤੋਂ ਵੱਡੀਆਂ ਰੇਟਿੰਗ ਏਜੰਸੀਆਂ ਵਿੱਚੋਂ ਸਭ ਤੋਂ ਵੱਧ ਕ੍ਰੈਡਿਟ ਰੇਟਿੰਗ ਮਿਲੀ, ਸਭ ਤੋਂ ਉੱਚਾ ਪੱਧਰ ਹੈ ਜਿਹੜਾ ਉਹ ਇਸ ਨੂੰ ਮਿਲਿਆ ਸੀਗਾ ਤੇ ਇਸ ਨੂੰ ਵਿਸ਼ਵ ਬੈਂਕ ਅਤੇ IMF ਦੇ ਸੰਭਾਵਿਤ ਵਿਰੋਧੀ ਦੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ। ਸੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਖਬਰਾਂ ਦਾ ਵਿਸ਼ਲੇਸ਼ਣ। ਧੰਨਵਾਦ।